ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਿੱਧੂ ਕਲਾਸਰੂਮ 'ਚ ਤੁਹਾਡਾ ਸਵਾਗਤ ਹੈ ਤੇ ਅੱਜ ਦੀ ਕਲਾਸ 'ਚ ਅਸੀਂ ਸਿੱਖਣ ਜਾ ਰਹੇ ਹਾਂ ਪਾਸਟ ਸਿੰਪਲ ਟੈਂਸ ਦੇ ਬਾਰੇ। ਸ਼ੁਰੂ ਕਰਨ ਤੋਂ ਪਹਿਲਾਂ ਆਓ ਜਾਣਦੇ ਹਾਂ ਕਿ ਪਾਸਟ ਸਿੰਪਲ ਟੈਂਸ ਤੇ ਪ੍ਰੈਜ਼ੈਂਟ ਸਿੰਪਲ ਟੈਂਸ ਦੇ ਵਿੱਚ ਫ਼ਰਕ ਕੀ ਹੈ। ਫ਼ਰਕ ਇਹੀ ਹੈ ਕਿ ਜੋ ਪਾਸਟ ਸਿੰਪਲ ਟੈਂਸ ਹੈ ਉਹ ਉਸ ਸਮੇਂ ਦੀ ਗੱਲ ਕਰਦਾ ਹੈ ਜੋ ਅੱਜ ਹੁਣ ਤੋਂ ਪਹਿਲਾਂ ਦਾ ਸਮਾਂ ਹੈ, ਜੋ ਪਾਸਟ ਹੈ, ਜੋ ਬੀਤਿਆ ਹੋਇਆ ਸਮਾਂ ਹੈ। ਤੇ ਪ੍ਰੈਜ਼ੈਂਟ ਸਿੰਪਲ ਟੈਂਸ ਉਸ ਸਮੇਂ ਦੀ ਗੱਲ ਕਰਦਾ ਹੈ ਜੋ ਹੁਣ ਹੈ, ਔਰ ਪਾਸਟ ਸਿੰਪਲ ਟੈਂਸ ਦੇ ਵਿੱਚ ਅਸੀਂ ਇੱਕ ਜਨਰਲ ਗੱਲ ਕਰਦੇ ਹਾਂ। ਚਲੋ ਹੁਣ ਆਪਾਂ ਕੁਝ ਐਗਜ਼ਾਮਪਲ ਦੇਖਦੇ ਹਾਂ ਤੇ ਐਗਜ਼ਾਮਪਲ ਦੇ ਰਾਹੀਂ ਇਹਨਾਂ ਦੋਨਾਂ ਦਾ ਡਿਫਰੈਂਸ ਹੋਰ ਕਲੀਅਰ ਕਰਦੇ ਹਾਂ। ਫॉर ਐਗਜ਼ਾਮਪਲ ਪ੍ਰੈਜ਼ੈਂਟ ਸਿੰਪਲ ਟੈਂਸ ਦੇ ਵਿੱਚ ਮੈਂ ਕਹਿੰਦੀ ਹਾਂ ਆਈ ਐਕਸਰਸਾਈਜ਼, ਤੇ ਪਾਸਟ ਸਿੰਪਲ 'ਚ ਬਣ ਜਾਏਗਾ ਆਈ ਐਕਸਰਸਾਈਜ਼ਡ। ਇੱਦਾਂ ਹੀ ਪ੍ਰੈਜ਼ੈਂਟ ਸਿੰਪਲ 'ਚ ਕਹਾਂਗੇ ਆਈ ਸਮਾਈਲ ਤੇ ਪਾਸਟ 'ਚ ਬਣ ਜਾਏਗਾ ਆਈ ਸਮਾਈਲਡ। ਆਈ ਸਨੀਜ਼, ਆਈ ਸਨੀਜ਼ਡ। ਆਈ ਵਾਕ, ਆਈ ਵਾਕਡ। ਆਈ ਕੁਕ, ਆਈ ਕੁਕਡ। ਆਈ ਈਟ, ਆਈ ਏਟ। ਆਈ ਰਾਈਟ, ਆਈ ਰੋਟ। ਹੁਣ ਤੁਸੀਂ ਕਹੋਗੇ ਕਿ ਜੋ ਉੱਪਰ ਵਾਲੇ 5 ਸੈਂਟੈਂਸ ਬਣਾਏ ਅਸੀਂ ਉਹਨਾਂ ਸਾਰਿਆਂ ਦੇ ਪਿੱਛੇ ਈਡੀ ਲਗਾਇਆ, ਐਕਸਰਸਾਈਜ਼ਡ, ਸਮਾਈਲਡ, ਸਨੀਜ਼ਡ, ਵਾਕਡ, ਕੁਕਡ, ਪਰ ਇਹ ਨੀਚੇ ਵਾਲੇ ਦੋ ਈਟ ਤੋਂ ਏਟ ਤੇ ਰਾਈਟ ਤੋਂ ਰੋਟ ਕਿਵੇਂ ਬਣ ਗਏ? ਇਹਨਾਂ ਦੇ ਪਿੱਛੇ ਈਡੀ ਕਿਉਂ ਨਹੀਂ ਲੱਗਿਆ? ਇਹ ਸਮਝਣ ਲਈ ਇੱਕ ਹੋਰ ਬਹੁਤ ਜ਼ਰੂਰੀ ਕਨਸੈਪਟ ਹੈ ਸਮਝਣਾ, ਜੋ ਕਿ ਹੈ ਰੈਗੂਲਰ ਤੇ ਇਰਰੈਗੂਲਰ ਵਰਬਸ ਦਾ ਫਰਕ। ਰੈਗੂਲਰ ਵਰਬ ਉਹ ਹੁੰਦੇ ਨੇ ਜਿਨ੍ਹਾਂ ਦਾ ਇੱਕ ਫਿਕਸਡ ਪੈਟਰਨ ਹੁੰਦਾ ਹੈ। ਫॉर ਐਗਜ਼ਾਮਪਲ ਜੇ ਆਪਾਂ ਇੱਕ ਸ਼ਬਦ ਲਈਏ ਵਾਕ, ਜੋ ਕਿ ਰੂਟ ਫਾਰਮ ਹੈ ਵਰਬ ਦੀ, ਫਸਟ ਫਾਰਮ, ਤੇ ਜੇ ਅਸੀਂ ਇਹਨੂੰ ਸੈਕਿੰਡ ਫਾਰਮ ਆਫ ਵਰਬ 'ਚ ਕਨਵਰਟ ਕਰੀਏ ਤਾਂ ਇਹ ਬਣ ਜਾਏਗਾ ਵਾਕਡ, ਤੇ ਥਰਡ ਫਾਰਮ 'ਚ ਵੀ ਇਹ ਬਣ ਜਾਏਗਾ ਵਾਕਡ। ਦੂਜਾ ਐਗਜ਼ਾਮਪਲ ਹੈ ਵਰਕ। ਵਰਕ ਦੀ ਸੈਕਿੰਡ ਫਾਰਮ ਆਫ ਵਰਬ ਹੈ ਵਰਕਡ, ਤੇ ਥਰਡ ਫਾਰਮ ਆਫ ਵਰਬ ਵੀ ਹੈ ਵਰਕਡ। ਅਗਲੇ ਐਗਜ਼ਾਮਪਲ 'ਚ ਅਸੀਂ ਲੈਂਦੇ ਨੇ ਵਰਬ ਫਿਨਿਸ਼, ਤੇ ਉਹਦੀ ਸੈਕਿੰਡ ਫਾਰਮ ਹੈ ਫਿਨਿਸ਼ਡ ਤੇ ਥਰਡ ਫਾਰਮ ਵੀ ਹੈ ਫਿਨਿਸ਼ਡ। ਹੁਣ ਤੁਸੀਂ ਦੇਖ ਰਹੇ ਹੋ ਕਿ ਸਾਰੇ ਰੈਗੂਲਰ ਵਰਬਸ ਦੇ ਵਿੱਚ ਜੋ ਸੈਕਿੰਡ ਜਾਂ ਥਰਡ ਫਾਰਮ ਹੈ ਉਹਦੇ ਇੱਕ ਪੈਟਰਨ ਹੈ। ਸਾਨੂੰ ਪਤਾ ਹੈ ਕਿ ਅਸੀਂ ਉਹਨਾਂ ਦੇ ਪਿੱਛੇ ਈਡੀ ਲਗਾ ਦੇਣਾ ਹੈ ਤੇ ਉਹਦੇ ਨਾਲ ਆਪਣੀ ਸੈਕਿੰਡ ਤੇ ਥਰਡ ਫਾਰਮ ਬਣ ਗਈ, ਠੀਕ ਹੈ। ਪਰ ਜੋ ਇਰਰੈਗੂਲਰ ਵਰਬਸ ਹੁੰਦੇ ਨੇ ਉਹਨਾਂ ਦਾ ਕੋਈ ਪੈਟਰਨ ਨਹੀਂ ਹੁੰਦਾ, ਉਹਨਾਂ ਨੂੰ ਬਸ ਤੁਹਾਨੂੰ ਯਾਦ ਹੀ ਰੱਖਣਾ ਪੈਂਦਾ ਹੈ। ਫॉर ਐਗਜ਼ਾਮਪਲ ਗੋ ਜੋ ਸ਼ਬਦ ਹੈ ਇਹ ਇੱਕ ਇਰਰੈਗੂਲਰ ਵਰਬ ਹੈ, ਇਹਦੀ ਸੈਕਿੰਡ ਫਾਰਮ ਬਣ ਜਾਂਦੀ ਹੈ ਵੈਂਟ ਤੇ ਥਰਡ ਗੋਨ, ਗੋ ਵੈਂਟ ਗੋਨ। ਇੱਦਾਂ ਹੀ ਡਰਿੰਕ ਜੋ ਹੈ, ਡਰਿੰਕ ਸ਼ਬਦ ਇਹ ਬਣ ਜਾਂਦਾ ਹੈ ਡਰਿੰਕ, ਡਰੈਂਕ, ਡਰੰਕ। ਸਿਟ, ਸੈਟ, ਸੈਟ। ਜਿਵੇਂ ਕਿ ਮੈਂ ਪਹਿਲਾਂ ਵੀ ਕਿਹਾ ਕਿ ਜੋ ਇਰਰੈਗੂਲਰ ਵਰਬਸ ਨੇ ਇਹਨਾਂ ਦਾ ਕੋਈ ਪੈਟਰਨ ਨਹੀਂ ਹੁੰਦਾ, ਇਹਨਾਂ ਨੂੰ ਤੁਹਾਨੂੰ ਯਾਦ ਹੀ ਰੱਖਣਾ ਪਏਗਾ, ਆਪਣੇ ਦਿਮਾਗ 'ਚ ਬਿਠਾਉਣਾ ਹੀ ਪਏਗਾ, ਤੇ ਇਹਨਾਂ ਨੂੰ ਸਮਝਣਾ ਬਹੁਤ ਹੀ ਜ਼ਰੂਰੀ ਹੈ। ਕਿਉਂਕਿ ਹੁਣ ਜਦ ਅਸੀਂ ਪਾਸਟ ਸਿੰਪਲ ਟੈਂਸ ਵਾਲੇ ਸੈਂਟੈਂਸ ਬਣਾਉਣੇ ਹੈ ਤੇ ਉਹਦੇ 'ਚ ਵਰਬ ਦੀ ਸੈਕਿੰਡ ਫਾਰਮ ਲੱਗਣੀ ਹੈ, ਤੇ ਜਿਹੜੇ ਤਾਂ ਰੈਗੂਲਰ ਵਰਬਸ ਨੇ ਉਹਨਾਂ ਦਾ ਤੁਹਾਨੂੰ ਪਤਾ ਹੈ ਕਿ ਉਹਦੇ ਵਿੱਚ ਸੈਕਿੰਡ ਫਾਰਮ ਲਈ ਤੁਸੀਂ ਪਿੱਛੇ ਈਡੀ ਲਗਾ ਦੇਣਾ ਹੈ ਸਿੰਪਲ। ਪਰ ਜੋ ਇਰਰੈਗੂਲਰ ਵਰਬਸ ਹੈ ਉਹ ਤੁਹਾਨੂੰ ਯਾਦ ਰੱਖਣੇ ਪੈਣੇ ਹੈ ਕਿ ਉਹਦੀ ਸੈਕਿੰਡ ਫਾਰਮ ਕੀ ਹੈ ਤਾਂ ਕਿ ਤੁਹਾਡਾ ਸੈਂਟੈਂਸ ਸਹੀ ਬਣੇ। ਆਓ ਅੱਗੇ ਵਧਦੇ ਹਾਂ ਤੇ ਪਾਸਟ ਸਿੰਪਲ ਟੈਂਸ ਨੂੰ ਹੋਰ ਗਹਿਰਾਈ ਦੇ ਵਿੱਚ ਸਮਝਦੇ ਹਾਂ। ਸਭ ਤੋਂ ਪਹਿਲਾਂ ਅਸੀਂ ਦੇਖਾਂਗੇ ਕਿ ਪਾਸਟ ਸਿੰਪਲ ਟੈਂਸ ਨੂੰ ਯੂਜ਼ ਕਿੱਥੇ ਕਰਨਾ ਹੈ। ਸਭ ਤੋਂ ਪਹਿਲਾ ਯੂਸੇਜ ਇਹਦਾ ਜਦੋਂ ਹੈ ਜਦ ਕੋਈ ਚੀਜ਼ ਬੀਤੇ ਹੋਏ ਸਮੇਂ 'ਚ ਹੀ ਸਟਾਰਟ ਹੋਈ ਸੀ ਤੇ ਬੀਤੇ ਹੋਏ ਸਮੇਂ 'ਚ ਉਹ ਖਤਮ ਹੋਈ। ਫॉर ਐਗਜ਼ਾਮਪਲ ਮੈਂ ਕਹਿੰਦੀ ਹਾਂ ਆਈ ਵਾਸ਼ਡ ਕਲੋਥਸ ਯੈਸਟਰਡੇ, ਮਤਲਬ ਕਿ ਮੈਂ ਕੱਲ੍ਹ ਕੱਪੜੇ ਧੋਏ। ਸੋ ਕੱਪੜੇ ਤੁਸੀਂ ਕਦ ਧੋਣੇ ਸਟਾਰਟ ਕਰੇ? ਕੱਲ੍ਹ, ਤੇ ਕੱਲ੍ਹ ਹੀ ਖਤਮ ਕਰ ਲਏ, ਧੋ ਲਏ ਸਾਰੇ ਕੱਪੜੇ। ਸੋ ਤੁਹਾਡਾ ਕੰਮ ਕੱਲ੍ਹ ਹੀ ਸ਼ੁਰੂ ਹੋ ਕੇ ਕੱਲ੍ਹ ਹੀ ਖਤਮ ਹੋਇਆ। ਤਾਂ ਇਹ ਹੈ ਪਾਸਟ ਸਿੰਪਲ ਟੈਂਸ ਦਾ ਐਗਜ਼ਾਮਪਲ। ਦੂਜਾ ਇਹਦਾ ਯੂਸੇਜ ਹੈ ਜਦ ਕੋਈ ਚੀਜ਼ ਖਤਮ ਹੋ ਚੁੱਕੀ ਹੈ, ਕਿ ਉਹ ਇਸ ਟਾਈਮ ਸੱਚ ਨਹੀਂ ਹੈ, ਉਹ ਬੀਤੇ ਹੋਏ ਸਮੇਂ ਹੀ ਸੱਚ ਸੀ। ਫॉर ਐਗਜ਼ਾਮਪਲ ਮੈਂ ਕਹਿੰਦੀ ਹਾਂ ਆਈ ਰੋਟ ਦੀ ਲੈਟਰ, ਮੈਂ ਚਿੱਠੀ ਲਿਖੀ। ਚਿੱਠੀ ਜੋ ਹੈ ਤੁਸੀਂ ਲਿਖ ਚੁੱਕੇ ਹੁਣ, ਇਸ ਟਾਈਮ ਤੁਸੀਂ ਕੋਈ ਚਿੱਠੀ ਨਹੀਂ ਲਿਖ ਰਹੇ, ਉਹ ਤੁਸੀਂ ਬੀਤੇ ਹੋਏ ਸਮੇਂ 'ਚ ਲਿਖ ਚੁੱਕੇ ਤੇ ਉਹ ਕੰਮ ਤੁਹਾਡਾ ਖਤਮ ਹੋ ਚੁੱਕਿਆ ਹੈ ਹੁਣ, ਤੇ ਇਹ ਵੀ ਹੈ ਪਾਸਟ ਸਿੰਪਲ ਟੈਂਸ ਦਾ ਇੱਕ ਐਗਜ਼ਾਮਪਲ।
ਚਲੋ ਅੱਗੇ ਹੁਣ ਆਪਾਂ ਦੇਖਦੇ ਹਾਂ ਕਿ ਪਾਸਟ ਸਿੰਪਲ ਟੈਂਸ ਵਾਲੇ ਸੈਂਟੈਂਸ ਬਣਾਉਣ ਲਈ ਫਾਰਮੂਲਾ ਕੀ ਇਸਤੇਮਾਲ ਕਰਨਾ ਹੈ। ਫਾਰਮੂਲਾ ਬਹੁਤ ਹੀ ਸਿੰਪਲ ਹੈ। ਸਭ ਤੋਂ ਪਹਿਲਾਂ ਤੁਸੀਂ ਲਗਾਉਣਾ ਹੈ ਸਬਜੈਕਟ ਤੇ ਦੂਜਾ ਨਾਲ ਉਹਦੇ ਲਗਾ ਦੇਣਾ ਹੈ ਵਰਬ ਦੀ ਸੈਕਿੰਡ ਫਾਰਮ। ਫॉर ਐਗਜ਼ਾਮਪਲ ਮੈਂ ਪੰਜਾਬੀ 'ਚ ਕਹਿੰਦੀ ਹਾਂ ਮੈਂ ਕੰਮ ਕੀਤਾ। ਇਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਲੱਭਦੇ ਹਾਂ ਕਿ ਸਬਜੈਕਟ ਕਿਹੜਾ ਹੈ। ਤੇ ਜਿਵੇਂ ਅਸੀਂ ਪਿਛਲੀ ਕਲਾਸ 'ਚ ਵੀ ਪੜ੍ਹਿਆ ਸੀ ਕਿ ਸਬਜੈਕਟ ਦਾ ਮਤਲਬ ਹੁੰਦਾ ਹੈ ਕਰਤਾ, ਜੋ ਬੰਦਾ ਕੁਝ ਕਰ ਰਿਹਾ ਹੈ। ਸੋ ਇਹਦੇ ਵਿੱਚ ਕੌਣ ਕੀ ਕਰ ਰਿਹਾ ਹੈ? ਮੈਂ ਜੋ ਹੈ ਮੈਂ ਕਰਤਾ ਹਾਂ, ਮੈਂ ਕੰਮ ਕਰ ਰਹੀ ਹਾਂ। ਸੋ ਮੈਂ ਹੋ ਗਿਆ ਆਪਣਾ ਸਬਜੈਕਟ। ਨੈਕਸਟ ਹੁਣ ਆਪਾਂ ਲੱਭਦੇ ਹਾਂ ਵਰਬ। ਵਰਬ ਕੀ ਹੁੰਦਾ ਹੈ? ਵਰਬ ਹੁੰਦੀ ਹੈ ਕੋਈ ਕਿਰਿਆ, ਕੋਈ ਕੰਮ ਜੋ ਤੁਸੀਂ ਕਰ ਰਹੇ ਹੋ, ਕੋਈ ਐਕਸ਼ਨ। ਤੇ ਇਸ ਸੈਂਟੈਂਸ ਦੇ ਵਿੱਚ ਕਿਰਿਆ ਕੀ ਹੋ ਰਹੀ ਹੈ ਕਿ ਮੈਂ ਕੰਮ ਕੀਤਾ। ਕੰਮ ਜੋ ਹੈ ਉਹ ਇੱਕ ਕਿਰਿਆ ਹੈ, ਇੱਕ ਐਕਸ਼ਨ ਹੈ। ਸੋ ਕੰਮ ਆਪਣਾ ਹੈ ਵਰਬ। ਹੁਣ ਆਪਾਂ ਨੂੰ ਸਬਜੈਕਟ ਵੀ ਪਤਾ ਚੱਲ ਗਿਆ ਤੇ ਵਰਬ ਵੀ। ਅੱਗੇ ਹੁਣ ਆਪਾਂ ਇਸ ਸੈਂਟੈਂਸ ਨੂੰ ਇੰਗਲਿਸ਼ 'ਚ ਕਨਵਰਟ ਕਰਾਂਗੇ। ਇੰਗਲਿਸ਼ 'ਚ ਕਨਵਰਟ ਕਰਨ ਲਈ ਸਭ ਤੋਂ ਪਹਿਲਾਂ ਅਸੀਂ ਅੱਗੇ ਲਗਾਉਣਾ ਹੈ ਸਬਜੈਕਟ। ਤੇ ਸਬਜੈਕਟ ਅਸੀਂ ਕਿਹਾ ਹੈ ਇਸ ਸੈਂਟੈਂਸ 'ਚ ਹੈ ਮੈਂ, ਤੇ ਮੈਂ ਨੂੰ ਇੰਗਲਿਸ਼ ਕੀ ਕਹਿੰਦੇ ਹਾਂ? ਆਈ। ਤੇ ਆਈ ਦੇ ਨਾਲ ਅਸੀਂ ਅੱਗੇ ਹੁਣ ਲਗਾਉਣਾ ਹੈ ਵਰਬ ਦੀ ਸੈਕਿੰਡ ਫਾਰਮ। ਤੇ ਵਰਬ ਇਸ 'ਚ ਸੀ ਕੰਮ। ਕੰਮ ਨੂੰ ਇੰਗਲਿਸ਼ 'ਚ ਕਹਿੰਦੇ ਹਾਂ ਵਰਕ। ਪਰ ਫਾਰਮੂਲੇ ਦੇ ਹਿਸਾਬ ਨਾਲ ਅਸੀਂ ਵਰਬ ਦੀ ਸੈਕਿੰਡ ਫਾਰਮ ਲਗਾਉਣੀ ਹੈ। ਸੋ ਵਰਕ ਦੀ ਸੈਕਿੰਡ ਫਾਰਮ ਕੀ ਹੋ ਜਾਏਗੀ? ਵਰਕਡ। ਈਡੀ ਲਗਾਵਾਂਗੇ ਪਿੱਛੇ। ਸੋ ਆਪਣਾ ਸੈਂਟੈਂਸ ਬਣ ਗਿਆ ਆਈ ਵਰਕਡ। ਚਲੋ ਅੱਗੇ ਵਧਦੇ ਹਾਂ ਤੇ ਹੋਰ ਪ੍ਰੈਕਟਿਸ ਕਰਦੇ ਹਾਂ। ਤੇ ਪ੍ਰੈਕਟਿਸ ਦੇ ਲਈ ਅਸੀਂ ਸਭ ਤੋਂ ਪਹਿਲਾਂ ਲਵਾਂਗੇ ਸਾਰੇ ਰੈਗੂਲਰ ਵਰਬਸ ਦੇ ਐਗਜ਼ਾਮਪਲ। ਤੇ ਰੈਗੂਲਰ ਵਰਬਸ ਦਾ ਇਸਤੇਮਾਲ ਕਰਕੇ ਅਸੀਂ ਪੋਜ਼ਿਟਿਵ, ਨੈਗੇਟਿਵ ਤੇ ਕੁਐਸਚਨ ਵਾਲੇ ਸੈਂਟੈਂਸ ਬਣਾ ਕੇ ਦੇਖਾਂਗੇ। ਜਿਵੇਂ ਤੁਸੀਂ ਦੇਖ ਰਹੇ ਹੋ ਮੈਂ ਸਾਰੇ ਸਬਜੈਕਟ ਪਹਿਲਾਂ ਹੀ ਲਿਖ ਲਏ ਨੇ ਤੇ ਨਾਲ ਹੀ ਉੱਪਰ ਮੈਂ ਫਾਰਮੂਲਾ ਵੀ ਲਿਖ ਦਿੱਤਾ, ਜਿਹਨੂੰ ਦੇਖ ਕੇ ਤੁਹਾਨੂੰ ਸੈਂਟੈਂਸ ਬਣਾਉਣ 'ਚ ਆਸਾਨੀ ਹੋਵੇਗੀ। ਤੇ ਇਹ ਪ੍ਰੈਕਟਿਸ ਸੈਸ਼ਨ ਲਈ ਮੈਂ ਵਰਬ ਜੋ ਚੂਜ਼ ਕੀਤਾ ਹੈ ਉਹ ਹੈ ਵਰਕ। ਤੇ ਕਿਉਂਕਿ ਅਸੀਂ ਸੈਕਿੰਡ ਫਾਰਮ ਲਗਾਣੀ ਹੈ ਵਰਬ ਦੀ, ਵਰਕ ਬਣ ਗਿਆ ਵਰਕਡ। We worked. You worked. She worked. He worked. They worked. ਹੈ ਨਾ ਬਿਲਕੁਲ ਸਿੰਪਲ। ਆਓ ਹੁਣ ਆਪਾਂ ਨੈਕਸਟ ਕਰਦੇ ਹਾਂ ਨੈਗੇਟਿਵ ਸੈਂਟੈਂਸ। ਨੈਗੇਟਿਵ ਸੈਂਟੈਂਸ ਜਿਵੇਂ ਤੁਹਾਨੂੰ ਪਤਾ ਹੈ ਜਿਹਦੇ 'ਚ ਅਸੀਂ ਨਾ ਨੁੱਕੜ ਕਰਦੇ ਹਾਂ। ਜਿਵੇਂ ਮੈਂ ਕਹਿ ਰਹੀ ਹਾਂ ਆਈ ਵਰਕਡ, ਮੈਂ ਕੰਮ ਕੀਤਾ। ਹੁਣ ਇਹਦਾ ਨੈਗੇਟਿਵ ਸੈਂਟੈਂਸ ਬਣੇਗਾ ਮੈਂ ਕੰਮ ਨਹੀਂ ਕੀਤਾ। ਤੇ ਪਾਸਟ ਸਿੰਪਲ ਟੈਂਸ ਦੇ ਵਿੱਚ ਅਸੀਂ ਨੈਗੇਟਿਵ ਸੈਂਟੈਂਸ ਬਣਾਉਣ ਲਈ ਸ਼ਬਦ ਦਾ ਇਸਤੇਮਾਲ ਕਰਾਂਗੇ, ਉਹ ਹੈ did not। ਤੇ ਇੱਥੇ ਤੁਸੀਂ ਇੱਕ ਰੂਲ ਯਾਦ ਰੱਖਣਾ ਹੈ ਕਿ ਜਦ ਵੀ ਅਸੀਂ ਕਿਸੇ ਸੈਂਟੈਂਸ ਦੇ ਵਿੱਚ did ਸ਼ਬਦ ਦਾ ਇਸਤੇਮਾਲ ਕੀਤਾ ਤੇ ਉਹਦੇ ਨਾਲ ਵਰਬ ਦੀ ਹਮੇਸ਼ਾ ਫਸਟ ਫਾਰਮ ਆਫ ਵਰਬ ਲੱਗਣੀ ਹੈ, ਸੈਕਿੰਡ ਨਹੀਂ, ਆਲਵੇਜ਼ ਫਰਸਟ। ਤੇ ਮੈਂ ਫਾਰਮੂਲਾ ਨਾਲ ਹੀ ਉੱਪਰ ਲਿਖ ਦਿੱਤਾ ਹੈ, ਜਿਹਨੂੰ ਦੇਖ ਕੇ ਤੁਸੀਂ ਸੈਂਟੈਂਸ ਬਣਾਉਣ ਦੀ ਕੋਸ਼ਿਸ਼ ਕਰ ਸਕਦੇ ਹੋ। ਜੇਕਰ ਤੁਸੀਂ ਸੈਂਟੈਂਸ ਆਪ ਬਣਾਉਣਾ ਚਾਹੁੰਦੇ ਹੋ ਤਾਂ ਵੀਡੀਓ ਨੂੰ ਇੱਥੇ ਹੀ ਪੌਜ਼ ਕਰੋ ਤੇ ਉੱਪਰ ਦਿੱਤੇ ਗਏ ਫਾਰਮੂਲੇ ਦੇ ਹਿਸਾਬ ਨਾਲ ਸਾਰੇ ਸੈਂਟੈਂਸ ਬਣਾ ਕੇ ਦੇਖ ਸਕਦੇ ਹੋ। I did not work. We did not work. You didn't work. Did not ਨੂੰ ਤੁਸੀਂ ਸ਼ਾਰਟ ਫਾਰਮ 'ਚ didn't ਵੀ ਕਰਕੇ ਲਿਖ ਸਕਦੇ ਹੋ। She did not work. He did not work. They did not work. ਅੱਗੇ ਹੁਣ ਅਸੀਂ ਬਣਾਵਾਂਗੇ ਕੁਐਸਚਨ ਵਾਲੇ ਸੈਂਟੈਂਸ। ਤੇ ਇਹਦੇ ਵਿੱਚ ਤੁਸੀਂ ਕੀ ਕਰਨਾ ਹੈ, ਸੈਂਟੈਂਸ ਸਭ ਤੋਂ ਅੱਗੇ ਲਗਾਉਣਾ ਹੈ did ਤੇ ਉਸ ਤੋਂ ਬਾਅਦ ਸਬਜੈਕਟ ਤੇ ਫਿਰ ਵਰਬ ਦੀ ਫਰਸਟ ਫਾਰਮ। ਹਾਂਜੀ, ਤੁਸੀਂ ਇਹ ਹਮੇਸ਼ਾ ਯਾਦ ਰੱਖਣਾ ਹੈ ਕਿ ਜਦ ਵੀ ਕਿਸੇ ਸੈਂਟੈਂਸ ਦੇ ਵਿੱਚ did ਸ਼ਬਦ ਆ ਗਿਆ ਉੱਥੇ ਹਮੇਸ਼ਾ ਵਰਬ ਦੀ ਫਰਸਟ ਫਾਰਮ ਲੱਗਣੀ ਹੈ, ਰੂਟ ਫਾਰਮ ਲੱਗਣੀ ਹੈ। ਸੋ ਆਪਣਾ ਪਹਿਲਾ ਹੁਣ ਕੁਐਸਚਨ ਸੈਂਟੈਂਸ ਬਣ ਗਿਆ did I work? Did we work? Did you work? Did she work? Did he work? Did they work? ਹੁਣ ਅੱਗੇ ਤੁਸੀਂ ਪੁੱਛੋਗੇ ਕਿ ਕੁਐਸਚਨ ਬਣਾਉਣ ਲਈ ਤਾਂ ਹੋਰ ਵੀ ਸ਼ਬਦ ਹੁੰਦੇ ਨੇ ਜਿਵੇਂ what, where, how, when, ਤੇ ਇਹਨਾਂ ਦਾ ਇਸਤੇਮਾਲ ਕਿਵੇਂ ਕਰਨਾ ਹੈ। ਇਹ ਵੀ ਬਹੁਤ ਸਿੰਪਲ ਹੈ। ਚਲੋ ਇਸ ਨੂੰ ਇੱਕ ਐਗਜ਼ਾਮਪਲ ਦੇ ਨਾਲ ਸਮਝਦੇ ਹਾਂ। ਫॉर ਐਗਜ਼ਾਮਪਲ ਜੇ ਅਸੀਂ ਉੱਪਰ ਵਾਲਾ ਇੱਕ ਸੈਂਟੈਂਸ ਲਈਏ ਜਿਹਦੇ 'ਚ ਅਸੀਂ ਕਿਹਾ did you work, ਜਿਹਦਾ ਮਤਲਬ ਹੈ ਕੀ ਤੁਸੀਂ ਕੰਮ ਕੀਤਾ।
ਹੁਣ ਜੇ ਅਸੀਂ ਇਸ ਨੂੰ ਕਹਿਣਾ ਹੋਏ ਤੁਸੀਂ ਕੀ ਕੰਮ ਕੀਤਾ, ਕੀ ਨੂੰ ਇੰਗਲਿਸ਼ 'ਚ ਕਹਿੰਦੇ ਹਾਂ ਵਾਟ, ਅਤੇ ਤੁਸੀਂ ਕੀ ਕਰਨਾ ਹੈ ਵਾਟ ਨੂੰ ਸਭ ਤੋਂ ਅੱਗੇ ਇਸ 'ਤੇ ਲਗਾ ਦੇਣਾ ਹੈ ਅਤੇ ਆਪਣਾ ਸੈਂਟੈਂਸ ਬਣ ਗਿਆ ਵਾਟ ਡਿਡ ਯੂ ਵਰਕ ਔਨ। ਇੱਦਾਂ ਹੀ ਦੂਜੇ ਸੈਂਟੈਂਸ ਬਣ ਜਾਣਗੇ ਵੇਅਰ ਡਿਡ ਯੂ ਵਰਕ, ਹਾਊ ਡਿਡ ਯੂ ਵਰਕ। ਆਓ ਅੱਗੇ ਵਧਦੇ ਹਾਂ ਅਤੇ ਹੁਣ ਸੈਂਟੈਂਸਿਸ ਦੀ ਪ੍ਰੈਕਟਿਸ ਕਰਦੇ ਹਾਂ ਇਰਰੈਗੂਲਰ ਵਰਬਸ ਦੇ ਨਾਲ। ਅਤੇ ਇਸ 'ਚ ਜੋ ਮੈਂ ਵਰਬ ਦਾ ਇਸਤੇਮਾਲ ਕਰਨਾ ਚਾਹੂੰਗੀ ਉਹ ਹੈ ਰਾਈਟ। ਰਾਈਟ ਇੱਕ ਰੂਟ ਫਾਰਮ ਆਫ ਵਰਬ ਹੈ ਅਤੇ ਇਹਦੀ ਸੈਕਿੰਡ ਫਾਰਮ ਆਫ ਵਰਬ ਬਣ ਜਾਏਗੀ ਰੋਟ। ਯਾਦ ਰੱਖਿਓ ਇਹ ਇਰਰੈਗੂਲਰ ਵਰਬ ਹੈ, ਕਿਉਂ? ਕਿਉਂਕਿ ਇਹਦੇ ਪਿੱਛੇ ਆਪਾਂ ਈਡੀ ਨਹੀਂ ਲਗਾਇਆ, ਇਹਦਾ ਕੋਈ ਪੈਟਰਨ ਨਹੀਂ ਹੈ। ਰਾਈਟ ਦਾ ਰੋਟ ਬਣੇਗਾ, ਨਾ ਕਿ ਰਾਈਟਡ। ਸੋ ਪਹਿਲਾ ਆਪਣਾ ਪੋਜ਼ਿਟਿਵ ਸੈਂਟੈਂਸ ਬਣ ਗਿਆ ਆਈ ਰੋਟ, ਵੀ ਰੋਟ, ਯੂ ਰੋਟ, she wrote, he wrote, they wrote। ਅੱਗੇ ਵਧਦੇ ਹਾਂ ਅਤੇ ਹੁਣ ਆਪਾਂ ਬਣਾਵਾਂਗੇ ਨੈਗੇਟਿਵ ਸੈਂਟੈਂਸਿਸ। ਨੈਗੇਟਿਵ ਸੈਂਟੈਂਸਿਸ ਬਣਾਉਣ ਲਈ ਫਾਰਮੂਲਾ ਬਿਲਕੁਲ ਸੇਮ ਹੈ ਜੋ ਅਸੀਂ ਰੈਗੂਲਰ ਵਰਬਸ ਲਈ ਯੂਜ਼ ਕੀਤਾ ਸੀ, ਅਤੇ ਧਿਆਨ ਰੱਖਿਆ ਸੀ ਕਿ ਜਦ ਵੀ ਕਿਸੇ ਸੈਂਟੈਂਸ ਦੇ ਵਿੱਚ ਡਿਡ ਸ਼ਬਦ ਦਾ ਇਸਤੇਮਾਲ ਹੁੰਦਾ ਹੈ ਤਾਂ ਉਹਦੇ ਨਾਲ ਹਮੇਸ਼ਾ ਫਸਟ ਫਾਰਮ ਆਫ ਵਰਬ ਲੱਗਣੀ ਹੈ। ਸੋ ਇਸੇ ਦੇ ਨਾਲ ਸਾਡਾ ਪਹਿਲਾ ਨੈਗੇਟਿਵ ਸੈਂਟੈਂਸ ਬਣ ਗਿਆ I did not write, we did not write, you did not write, she did not write, he did not write, they did not write। ਕੁਐਸਚਨਸ ਬਣਾਉਣ ਲਈ ਵੀ ਜੋ ਅਸੀਂ ਰੈਗੂਲਰ ਵਰਬਸ ਵਾਲਾ ਫਾਰਮੂਲਾ ਯੂਜ਼ ਕੀਤਾ ਸੀ, ਇਰਰੈਗੂਲਰ ਨਾਲ ਵੀ ਉਹੀ ਸੇਮ ਫਾਰਮੂਲਾ ਲੱਗਣਾ ਹੈ। ਪਹਿਲਾ ਸੈਂਟੈਂਸ ਬਣ ਗਿਆ did I write, did we write, did you write, did she write, did he write, did they write। ਅਤੇ ਇਹ ਕੁਐਸਚਨਸ ਦੇ ਨਾਲ ਜੇ ਤੁਸੀਂ ਹੋਰ ਕੁਐਸਚਨ ਵਰਡਸ ਯੂਜ਼ ਕਰਨਾ ਚਾਹੁੰਦੇ ਹੋ ਜਿਵੇਂ ਵਾਟ, ਵੇਅਰ, ਵੈਨ, ਹਾਊ, ਅਤੇ ਉਹਦਾ ਕਨਸੈਪਟ ਵੀ ਬਿਲਕੁਲ ਸੇਮ ਹੈ ਜੋ ਆਪਾਂ ਰੈਗੂਲਰ ਵਰਬਸ ਵਾਲੇ ਐਗਜ਼ਾਮਪਲਸ 'ਚ ਦੇਖਿਆ ਸੀ, ਜਿਹਦੇ 'ਚ ਤੁਸੀਂ ਇਹ ਸ਼ਬਦਾਂ ਨੂੰ ਸੈਂਟੈਂਸ ਦੇ ਅੱਗੇ ਲਗਾ ਦੇਣਾ ਹੈ ਅਤੇ ਕੁਝ ਇੱਦਾਂ ਬਣਾ ਦੇਣਾ ਹੈ ਵਾਟ ਡਿਡ ਯੂ ਰਾਈਟ, ਵੇਅਰ ਡਿਡ ਯੂ ਰਾਈਟ, ਹਾਊ ਡਿਡ ਯੂ ਰਾਈਟ। ਹੈ ਨਾ ਬਿਲਕੁਲ ਸਿੰਪਲ। ਆਓ ਆਪਾਂ ਕੁਝ ਹੋਰ ਐਗਜ਼ਾਮਪਲ ਦੇਖਦੇ ਹਾਂ ਅਤੇ ਆਪਣਾ ਪਾਸਟ ਸਿੰਪਲ ਟੈਂਸ ਦਾ ਕਨਸੈਪਟ ਹੋਰ ਪੱਕਾ ਕਰਦੇ ਹਾਂ। ਐਗਜ਼ਾਮਪਲ ਦੇ ਤੌਰ 'ਤੇ ਮੈਂ ਸਾਰੇ ਸੈਂਟੈਂਸਿਸ ਪ੍ਰੈਜ਼ੈਂਟ ਸਿੰਪਲ ਫਾਰਮ 'ਚ ਲਿਖੇ ਨੇ ਅਤੇ ਐਕਸਰਸਾਈਜ਼ 'ਚ ਅਸੀਂ ਇਹਨਾਂ ਨੂੰ ਪਾਸਟ ਸਿੰਪਲ ਪੋਜ਼ੀਟਿਵ, ਪਾਸਟ ਸਿੰਪਲ ਨੈਗੇਟਿਵ ਅਤੇ ਪਾਸਟ ਸਿੰਪਲ ਕੁਐਸਚਨ ਫਾਰਮ 'ਚ ਕਨਵਰਟ ਕਰਨਾ ਹੈ। ਜੇਕਰ ਤੁਸੀਂ ਇਹ ਐਕਸਰਸਾਈਜ਼ ਆਪ ਟਰਾਈ ਕਰਨਾ ਚਾਹੁੰਦੇ ਹੋ ਤਾਂ ਵੀਡੀਓ ਨੂੰ ਇੱਥੇ ਹੀ ਪੌਜ਼ ਕਰ ਦਿਓ ਅਤੇ ਸਾਰੇ ਆਨਸਰ ਆਪ ਲਿਖ ਕੇ ਦੇਖੋ। ਪਹਿਲਾ ਹੈ she laughs, ਅਤੇ ਫਾਰਮੂਲੇ ਦੇ ਹਿਸਾਬ ਨਾਲ ਇਹਨੂੰ ਪਾਸਟ ਸਿੰਪਲ ਪੋਜ਼ੀਟਿਵ ਸੈਂਟੈਂਸ ਬਣਾਉਣ ਲਈ ਪਹਿਲਾਂ ਅਸੀਂ ਲਗਾਵਾਂਗੇ ਸਬਜੈਕਟ ਜੋ ਕਿ ਆਪਣਾ she ਹੈ, ਅਤੇ ਜੋ laughs ਹੈ ਇਹ ਹੈ ਵਰਬ ਦੀ ਫਰਸਟ ਫਾਰਮ, ਅਤੇ ਇਹਨੂੰ ਵਰਬ ਦੀ ਸੈਕਿੰਡ ਫਾਰਮ ਬਣਾਉਣ ਲਈ ਇਹਦੇ ਪਿੱਛੇ ਲੱਗ ਜਾਏਗਾ ed, ਅਤੇ ਸੈਂਟੈਂਸ ਬਣ ਗਿਆ she laughed। ਇੱਦਾਂ ਹੀ ਅਗਲਾ ਸੈਂਟੈਂਸ ਬਣ ਗਿਆ they played cricket, we ate food। ਇਸ 'ਚ ਜੋ ਈਟ ਹੈ ਇਹ ਵਰਬ ਦੀ ਫਸਟ ਫਾਰਮ ਹੈ ਕਿਉਂਕਿ ਅਸੀਂ ਸਿੰਪਲ ਪ੍ਰੈਜ਼ੈਂਟ ਦੀ ਗੱਲ ਕਰ ਰਹੇ ਹਾਂ, ਪਰ ਪਾਸਟ ਦੇ ਵਿੱਚ ਈਟ ਦਾ ਏਟ ਬਣ ਜਾਂਦਾ ਹੈ ਕਿਉਂਕਿ ਇਹ ਇਰਰੈਗੂਲਰ ਵਰਬ ਹੈ। ਅਗਲਾ ਹੀ went to school। ਹੁਣ ਜੋ ਗੋ ਹੈ, ਗੋ ਦਾ ਸੈਕਿੰਡ ਫਾਰਮ ਬਣ ਜਾਂਦਾ ਹੈ went, ਸੋ ਹੀ went to school। I exercised। ਐਕਸਰਸਾਈਜ਼ ਇੱਕ ਰੈਗੂਲਰ ਵਰਬ ਹੈ ਅਤੇ ਇਹਦੇ ਪਿੱਛੇ ed ਲਗਾ ਕੇ ਇਹ ਵਰਬ ਦੀ ਸੈਕਿੰਡ ਫਾਰਮ ਬਣ ਜਾਂਦੀ ਹੈ I exercised। she did not laugh, they did not play cricket, we did not eat, he did not go to school, I did not exercise। ਅੱਗੇ ਵਧਦੇ ਹਾਂ ਅਤੇ ਕੁਐਸਚਨ ਲਿਖ ਕੇ ਦੇਖਦੇ ਹਾਂ did she laugh, did they play cricket, did we eat food, did he go to school, did I exercise। ਇਸੇ ਦੇ ਨਾਲ ਸਾਡੀ ਅੱਜ ਦੀ ਕਲਾਸ ਖਤਮ ਹੁੰਦੀ ਹੈ ਅਤੇ ਅੱਜ ਅਸੀਂ ਇੱਕ ਬਹੁਤ ਜ਼ਰੂਰੀ ਕਨਸੈਪਟ ਸਿੱਖਿਆ ਰੈਗੂਲਰ
ਤੇ ਇਰੈਗੂਲਰ ਵਰਬਸ ਦਾ। ਤੇ ਤੁਸੀਂ ਯਾਦ ਰੱਖਣਾ ਹੈ ਕਿ ਰੈਗੂਲਰ ਵਰਬਸ ਉਹ ਹੁੰਦੇ ਨੇ ਜਿਨ੍ਹਾਂ ਦਾ ਇੱਕ ਪੈਟਰਨ ਹੈ, ਜਿਨ੍ਹਾਂ ਦੇ ਪਿੱਛੇ ਅਸੀਂ ਈਡੀ ਲਗਾ ਦਿੰਦੇ ਹਾਂ ਤੇ ਉਹ ਸੈਕਿੰਡ ਫਾਰਮ ਬਣ ਜਾਂਦੀ ਹੈ ਵਰਬ ਦੀ। ਪਰ ਜੋ ਇਰੈਗੂਲਰ ਵਰਬ ਹੈ ਉਹਨਾਂ ਦਾ ਕੋਈ ਪੈਟਰਨ ਨਹੀਂ ਹੈ, ਉਹ ਤੁਹਾਨੂੰ ਬਸ ਯਾਦ ਹੀ ਰੱਖਣਾ ਪੈਂਦਾ ਹੈ। ਤੇ ਦੂਜੀ ਚੀਜ਼ ਤੁਸੀਂ ਇਹ ਯਾਦ ਰੱਖਣੀ ਹੈ ਕਿ ਪਾਸਟ ਸਿੰਪਲ ਟੈਂਸ ਬਣਾਉਣ ਲਈ ਹਮੇਸ਼ਾ ਵਰਬ ਦੀ ਸੈਕਿੰਡ ਫਾਰਮ ਯੂਜ਼ ਹੋਣੀ ਹੈ। ਤੇ ਤੀਜੀ ਚੀਜ਼ ਇਹ ਯਾਦ ਰੱਖੋ ਕਿ ਜਿਹੜੇ ਵੀ ਸੈਂਟੈਂਸਿਸ ਦੇ ਵਿੱਚ ਡਿਡ ਸ਼ਬਦ ਦਾ ਇਸਤੇਮਾਲ ਹੋਇਆ ਉੱਤੇ ਹਮੇਸ਼ਾ ਵਰਬ ਦੀ ਫਸਟ ਫਾਰਮ ਲੱਗਣੀ ਹੈ। ਜੇਕਰ ਤੁਹਾਨੂੰ ਅੱਜ ਦੀ ਵੀਡੀਓ ਸਮਝ ਆ ਗਈ ਤੇ ਚੰਗੀ ਲੱਗੀ ਤੇ ਤੁਸੀਂ ਇੱਦਾਂ ਦੇ ਹੋਰ ਵੀਡੀਓਜ਼ ਦੇਖਣਾ ਚਾਹੁੰਦੇ ਹੋ ਤਾਂ ਪਲੀਜ਼ ਸਬਸਕ੍ਰਾਈਬ ਟੂ ਮਾਈ ਚੈਨਲ ਤੇ ਆਪਾਂ ਜਲਦੀ ਮਿਲਾਂਗੇ ਇੱਕ ਹੋਰ ਨਵੀਂ ਵੀਡੀਓ ਦੇ ਨਾਲ। ਸਤਿ ਸ਼੍ਰੀ ਅਕਾਲ।